ਕੈਨੇਡਾ ਦੇ ਜਿਹੜੇ ਬੇਘਰੇ ਲੋਕ ਨੇ, ਜਿਹੜੇ ਨਿਆਸਰੇ ਨੇ, ਇਹ ਕਿਚਨ ਜਿਹੜੀ ਹੈ, ਇਹ ਰਸੋਈ ਜਿਹੜੀ ਹੈ, ਇਹ ਉਹਨਾਂ ਦੇ ਮੂੰਹ 'ਚ ਅੰਨ ਪਾਉਣ ਦਾ ਕੰਮ ਕਰਦੀ। ਅਸੀਂ ਤਾਂ ਭਾਲਦੇ ਸੀ ਵੀ ਕੋਈ ਸੱਚਾ ਸੁੱਚੇ ਬੰਦੇ ਹੋਣ ਜਿਹਦੇ ਨਾਲ ਲੱਗ ਕੇ ਸੇਵਾ ਸਫਲ ਹੋਵੇ। ਹਰ ਅਸੀਂ ਸੈਟਰਡੇ ਇੱਥੇ 2 ਘੰਟੇ ਲਈ ਇਹਨਾਂ ਨੂੰ ਗਰਮ ਖਾਣਾ ਜਿਹੜਾ ਇਹਨਾਂ ਨੂੰ ਪਹੁੰਚਾਉਂਦੇ ਆ। ਜਦੋਂ ਦੇ ਆਪਾਂ ਲੈ ਕੇ ਆਉਂਦੇ ਆ ਲੰਗਰ ਇੱਥੇ, ਇਹਨਾਂ ਨੂੰ ਉਡੀਕ ਹੁੰਦੀ ਹੈ ਤੇ ਜੇ ਕਈ ਵਾਰੀ ਅਸੀਂ ਲੇਟ ਹੋ ਜਾਈਏ ਸਾਨੂੰ ਐਂ ਲੱਗਦਾ ਹੁੰਦਾ ਸਾਡੇ ਖੋਹ ਪੈਂਦੀ ਹੁੰਦੀ ਹੈ ਵੀ ਉਹ ਕੋਈ ਬੰਦੇ ਉੱਥੇ ਵੇਟ ਕਰ ਰਹੇ ਆ ਸਾਡੀ। ਫੁੱਲ ਇੱਕ ਵਧੀਆ ਜਿਹੜੀ ਕਿਚਨ ਹੈ, ਇਹ ਤਕਰੀਬਨ $1.5 ਲੱਖ ਦੀ ਇਹ ਕਿਚਨ ਜਿਹੜੀ ਹੈਗੀ ਹੈ ਜੀ, ਆਪਣੇ ਕੋਲੇ 2019 ਦੇ ਵਿੱਚ ਆ ਗਈ ਸੀ। ਅੱਜ ਫਿਰ ਤੁਹਾਨੂੰ ਕੈਨੇਡਾ ਤੋਂ ਪ੍ਰੋਗਰਾਮ ਕੈਨੇਡਾ ਉਡਾਨ ਦੇ ਤਹਿਤ ਇੱਕ ਬੜਾ ਵਿਲੱਖਣ ਦ੍ਰਿਸ਼ ਦਿਖਾਵਾਂਗੇ। ਇਹ ਅਸੀਂ ਕੈਨੇਡਾ ਦੇ ਸਟੇਟ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਖੜੇ ਹਾਂ। ਇੱਥੇ ਬਾਬੇ ਨਾਨਕ ਦੀ ਰਸੋਈ ਚੱਲ ਰਹੀ ਹੈ। ਇੱਥੇ ਇੱਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ BC। ਇਹ ਗੁਰਦੁਆਰਾ ਸਾਹਿਬ ਵੱਲੋਂ ਬਾਬੇ ਨਾਨਕ ਦੇ ਨਾਂ 'ਤੇ ਰਸੋਈ ਚਲਾਈ ਜਾ ਰਹੀ ਹੈ, ਮੋਦੀ ਖਾਨਾ। ਇਹ ਰੋਟੀ ਕਿਹਨੂੰ ਖਵਾਉਂਦੀ ਹੈ? ਇਹ ਰਸੋਈ ਜਿਹੜੀ ਹੈ, ਇਹ ਕੈਨੇਡਾ 'ਚ ਕੀ ਕਰਦੀ ਹੈ? ਇੱਕ ਦ੍ਰਿਸ਼ ਤੁਹਾਨੂੰ ਦਿਖਾਉਂਦੇ ਆ। ਕੈਨੇਡਾ ਦੇ ਜਿਹੜੇ ਬੇਘਰੇ ਲੋਕ ਨੇ, ਜਿਹੜੇ ਨਿਆਸਰੇ ਨੇ, ਇਹ ਕਿਚਨ ਜਿਹੜੀ ਹੈ, ਇਹ ਰਸੋਈ ਜਿਹੜੀ ਹੈ, ਇਹ ਉਹਨਾਂ ਦੇ ਮੂੰਹ 'ਚ ਅੰਨ ਪਾਉਣ ਦਾ ਕੰਮ ਕਰਦੀ। ਤੁਸੀਂ ਖੁਦ ਦੇਖ ਸਕਦੇ ਜੇ, ਇਹ ਬਾਬੇ ਨਾਨਕ ਦੀ ਰਸੋਈ ਜਿਹੜੀ ਹੈ ਕੀ ਸੇਵਾ ਕਰ ਰਹੀ ਹੈ। ਔਰ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਗਾ, ਨਿਰੰਤਰ ਇਹ ਕਿਚਨ ਜਿਹੜੀ ਹੈ, ਇਹ ਭੁੱਖਿਆਂ ਦੇ ਢਿੱਡ ਭਰਦੀ ਹੈ, ਨਿਆਸਰਿਆਂ ਦਾ ਸਹਾਰਾ ਬਣਦੀ ਹੈ। ਔਰ ਤੁਸੀਂ ਦੇਖ ਸਕਦੇ ਜੇ ਲੋਕ ਜਿਹੜੇ ਨੇ, ਇਹ ਬਾਬੇ ਨਾਨਕ ਦੀ ਰਸੋਈ ਦੇ ਇਰਦ ਗਿਰਦ ਬੈਠੇ ਖਾਣਾ ਖਾ ਰਹੇ ਨੇ। ਔਰ ਸ਼ਾਇਦ ਮਨ 'ਚ ਸੋਚਦੇ ਹੋਣ ਵੀ ਇਹ ਕਿਹੜੇ ਲੋਕ ਨੇ। ਇਹ ਦੇਖ ਲਓ ਸੇਵਾ ਵੀ ਕੌਣ ਕਰ ਰਹੇ ਨੇ। ਇਹ ਪਹਿਲਾਂ ਤੁਹਾਨੂੰ ਇੱਕ ਗੁਰੂ ਨਾਨਕ ਫੂਡ ਬੈਂਕ ਦਿਖਾਇਆ ਸੀ, ਔਰ ਅੱਜ ਤੁਹਾਨੂੰ ਦਿਖਾ ਰਹੇ ਹਾਂ ਬਾਬੇ ਨਾਨਕ ਦਾ ਮੋਦੀ ਖਾਨਾ। ਸੋ ਇਹਦੇ ਸੰਬੰਧ ਵਿੱਚ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ 7 ਸਮੁੰਦਰ ਪਾਰ ਆ ਕੇ, ਜਿੱਥੇ ਇਹ ਕਿਹਾ ਜਾਂਦਾ ਵੀ ਕੈਨੇਡਾ 'ਤੇ ਲੋਕ ਡਾਲਰ ਕਮਾਉਣ ਹੀ ਆਉਂਦੇ ਨੇ, ਡਾਲਰਾਂ ਨਾਲ ਖੇਡਣ ਆਉਂਦੇ ਨੇ, ਪਰ ਅੱਜ ਸਨਿਚਰਵਾਰ ਦਾ ਦਿਨ ਹੈ ਜਿਹਨੂੰ ਕੈਨੇਡਾ ਦੇ ਲੋਕ ਵੀਕਐਂਡ ਕਹਿੰਦੇ ਨੇ। ਔਰ ਕਿਹਾ ਜਾਂਦਾ ਵੀ ਵੀਕਐਂਡ 'ਤੇ ਕੈਨੇਡਾ ਦੇ ਲੋਕ ਪਿਕਨਿਕ ਮਨਾਉਂਦੇ ਨੇ, ਪਰ ਇਹ ਜਿਹੜੇ ਸੇਵਾਦਾਰ ਨੇ, ਇਹ ਭੁੱਖਿਆਂ ਦਾ ਢਿੱਡ ਭਰਨ ਲਈ ਤੇ ਬੇਘਰਿਆਂ ਦਾ ਸਹਾਰਾ ਬਣਨ ਲਈ ਇੱਥੇ ਆਏ ਨੇ। ਔਰ ਨਿਰੰਤਰ ਇਹ ਪ੍ਰਕਿਰਿਆ ਜਿਹੜੀ ਚੱਲਦੀ ਹੈ, ਉਹ ਡਿਟੇਲ 'ਚ ਪੁੱਛਾਂਗੇ ਵੀ ਇਹ ਪ੍ਰਵਾਹ ਕਦੋਂ ਦਾ ਚੱਲ ਰਿਹਾ। ਕੰਗ ਸਾਹਿਬ, ਤੁਸੀਂ ਕਦੋਂ ਦੀ ਸੇਵਾ ਕਰ ਰਹੇ ਜੇ? ਅਸੀਂ ਜਦੋਂ ਦੀ ਇਹ ਸੰਸਥਾ ਮੋਦੀ ਖਾਨਾ ਸਟਾਰਟ ਕੀਤਾ, ਗੁਰੂ ਨਾਨਕ ਦੇਵ ਜੀ ਦਾ ਲੰਗਰ ਗੁਰਦੁਆਰਾ ਸਾਹਿਬ ਤੋਂ, ਜਦੋਂ ਵੀ ਟਾਈਮ ਲੱਗਦਾ, ਜਦੋਂ ਵੀ ਕਈ ਵਾਰੀ ਅਸੀਂ ਰੋਟੇਟ ਹੁੰਦੇ ਰਹਿੰਦੇ ਆ, ਕਦੇ ਜੇ ਮੇਰੇ ਕੋਲ ਟਾਈਮ ਆ ਤਾਂ ਮੈਂ ਆ ਗਿਆ, ਜੇ ਮੇਰੇ ਕੋਈ ਹੋਰ ਸਾਥੀ ਸਾਡੇ ਹੁੰਦੇ ਆ ਤਾਂ ਅਸੀਂ ਕਦੇ ਵੀ ਜਵਾਬ ਨਹੀਂ ਦਿੱਤਾ। ਕਦੇ ਜਦੋਂ ਵੇਖੀਦਾ ਵੀ ਜੇ ਗੁਰੂ ਨਾਨਕ ਦੇਵ ਜੀ ਦੇ ਫਲਸ ਜਿਹੜਾ ਆਪਾਂ ਚੱਲਦੇ ਆ, ਜਿਹੜੇ ਲੰਗਰ $20 ਦਾ $20 ਰੁਪਈਆਂ ਦਾ ਸਟਾਰਟ ਕੀਤਾ ਸੀਗਾ, ਉਹਦਾ ਅਸੀਂ ਵਿਆਜ ਹੀ ਅਸੀਂ ਵੰਡ ਰਹੇ ਹਾਂ ਅਜੇ ਤੱਕ, ਉਹੀ ਚੱਲ ਰਿਹਾ। ਤੇ ਇੰਡੀਆ ਤੋਂ ਕਿੱਥੋਂ ਆਏ ਜੀ? ਇੰਡੀਆ ਤੋਂ ਮਲੋਟ ਤੋਂ ਹੈ ਜੀ। ਅਸੀਂ ਕਦੋਂ ਦੇ ਆਏ ਤੁਸੀਂ? ਮੈਂ 2001 ਦਾ ਆਇਆ ਜੀ। ਅੱਛਾ, ਤੇ ਇਹ ਲਹਿਰ ਨਾਲ ਕਦੋਂ ਦੇ ਜੁੜ ਗਏ? ਇਹ ਜਦੋਂ ਦੇ ਗੁਰਦੁਆਰਾ ਸਾਹਿਬ ਬਣਿਆ ਜੀ, ਤਕਰੀਬਨ ਉਦੋਂ ਦੀ ਸੇਵਾ ਅਸੀਂ ਤਾਂ ਭਾਲਦੇ ਸੀ ਵੀ ਕੋਈ ਸੱਚਾ ਸੁੱਚੇ ਬੰਦੇ ਹੋਣ ਜਿਹਦੇ ਨਾਲ ਲੱਗ ਕੇ ਸੇਵਾ ਸਫਲ ਹੋਵੇ। ਕਈ ਬੰਦੇ ਤੇ ਹੋਰ ਇਹੋ ਜਿਹੇ ਵੀ ਹੈਗੇ ਜਿਹੜੇ ਇਕੱਲੇ ਪ੍ਰੋਫਿਟ ਲੈਣ ਨੂੰ ਹੁੰਦੇ ਆ ਵੀ ਅਸੀਂ ਨਾਂ ਬਣਾ ਲਈਏ, ਪਰ ਸਾਨੂੰ ਨੌਨ ਪ੍ਰੋਫਿਟੇਬਲ ਸੰਸਥਾ ਸਾਡੀ ਇਹ, ਸਾਨੂੰ ਕੋਈ ਐ ਨਹੀਂ ਕੋਈ ਅਸੀਂ ਇਲੈਕਸ਼ਨਾਂ 'ਚ ਖੜੇ ਹੋਣਾ ਜਾਂ ਕੁਛ, ਪਰ ਸਾਨੂੰ ਤਾਂ ਸੇਵਾ ਕਰਕੇ ਹੀ ਮਜ਼ਾ ਆਉਂਦਾ ਜੀ, ਆਨੰਦ ਲੈਂਦੇ ਸੇਵਾ ਕਰਕੇ। ਹਾਂਜੀ। ਤੇ ਇਹ ਲੋਕ ਜਿਹੜੇ ਤੁਸੀਂ ਚੂਜ਼ ਇਹਨਾਂ ਨੂੰ ਹੀ ਕੀਤਾ, ਮਤਲਬ ਮੇਨ ਤੁਹਾਨੂੰ ਇਹ ਸੀ ਵੀ ਇਹ ਸਭ ਤੋਂ ਨੀਡੀ ਇਹ ਨੇ ਇੱਥੇ ਦੇ ਲੋਕ? ਇਹ
ਇਹ ਸਰੀ ਦਾ ਹੱਬ ਹੈ ਜੀ, ਇਹ ਸੈਂਟਰ ਹੈ ਜਮਾਂ। ਜਦੋਂ ਦੇ ਆਹ ਆਪਾਂ ਲੈ ਕੇ ਆਉਂਦੇ ਆ ਲੰਗਰ ਇੱਥੇ, ਇਹਨਾਂ ਨੂੰ ਉਡੀਕ ਹੁੰਦੀ ਹੈ। ਓਕੇ। ਤੇ ਜੇ ਕਈ ਵਾਰੀ ਅਸੀਂ ਲੇਟ ਹੋ ਜਾਈਏ, ਸਾਨੂੰ ਐਂ ਲੱਗਦਾ ਹੁੰਦਾ ਸਾਡੇ ਖੋਹ ਪੈਂਦੀ ਹੁੰਦੀ ਹੈ ਵੀ ਉਹ ਕੋਈ ਬੰਦੇ ਉੱਥੇ ਵੇਟ ਕਰ ਰਹੇ ਆ ਸਾਡੀ, ਵੀ ਜੇ ਸਾਡੇ ਜਵਾਕਾਂ ਨੇ ਰੋਟੀ ਨਾ ਖਾਧੀ, ਜਿਵੇਂ ਆਪਾਂ ਘਰੇ ਹਰੇਕ ਮਾਂ ਪਿਓ ਨੂੰ ਹੁੰਦਾ, ਉਵੇਂ ਸਾਨੂੰ ਵੀ ਇਹ ਫੀਲ ਹੋਣ ਲੱਗ ਪਿਆ ਵੀ ਕੋਈ ਬੰਦਾ ਸਾਡੀ ਵੇਟ ਕਰ ਰਿਹਾ। ਮਤਲਬ ਇੱਕ ਮੋਹ ਜਿਹਾ ਪੈ ਗਿਆ ਇਹਨਾਂ ਦਾ। ਮੋਹ ਲੋਕ ਦੇਖੋ ਜੀ, ਤੁਸੀਂ ਆ ਵੀਕਐਂਡ ਹੋਊਗਾ, ਲੋਕ ਕੋਈ ਬੀਚ ਤੇ ਜਾਂਦਾ, ਕੋਈ ਬੱਚਿਆਂ ਨੂੰ ਫਲਾਈਓਵਰ ਕੈਨੇਡਾ ਵਿਖਾਉਣ ਜਾ ਵੜਦਾ, ਕੋਈ ਮੂਵੀ ਵੇਖਣ ਜਾਂਦਾ। ਪਰ ਜਿਹੜਾ ਆਹ ਟਾਈਮ, ਜਿਹੜਾ ਆਹ ਆਨੰਦ ਆਉਂਦਾ ਜਦੋਂ ਉਹ ਥੈਂਕ ਯੂ ਕਹਿ ਕੇ ਜਾਂਦੇ ਆ, ਜਦੋਂ ਸਰੀਰ ਚੋਂ ਹੈ ਨਾ ਇੱਕ ਝਰਨਾਹਟ ਨਿਕਲਦੀ ਹੈ ਵੀ ਜਿਵੇਂ ਤੁਹਾਨੂੰ ਸੱਚੀ ਮੁੱਚੀ ਕੋਈ ਰੱਬ ਨੇ ਤੁਹਾਨੂੰ ਬਖਸ਼ਿਸ਼, ਕੋਈ ਸੇਵਾ ਕਰਨ ਦਾ ਤੁਹਾਨੂੰ ਫਲ ਨਾਲ ਦੀ ਨਾਲ ਦੇਈ ਜਾਂਦਾ। ਵੀ ਆਪਾਂ ਹਰੇਕ ਸਰਬੱਤ ਦਾ ਭਲਾ ਮੰਨਣ ਵਾਲੀ ਆਪਾਂ ਕੌਮ ਹੈ, ਵੀ ਕੋਈ ਵੀ ਭੁੱਖਾ ਨਾ ਸੋਵੇ, ਵੰਡ ਕੇ ਛਕੋ। ਸੋ ਆਪਣਾ ਤਾਂ ਇਹੀ ਫਲਸਫਾ ਹੈ। ਸਾਰੇ ਜਿੰਨੇ ਰਲ ਮਿਲ ਕੇ, ਜਿੰਨੇ ਇੱਕ ਬੰਦਾ ਕੋਈ ਵੀ ਕੁਝ ਨਹੀਂ ਕਰ ਸਕਦਾ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗਿਆਨੀ ਜੀ, ਜਿੰਨੇ ਸੇਵਾਦਾਰ, ਸਾਰੇ ਇਹ ਰਲ ਮਿਲ ਕੇ ਇਹ ਇੱਕ ਟੀਮ ਹੈ ਸਾਡੀ। ਕੰਗ ਸਾਹਿਬ, ਜਦੋਂ ਇਹ ਤੁਸੀਂ ਸੇਵਾ ਕਰਦੇ ਨੇ, ਚਲੋ ਇਹ ਤੇ ਵਿਚਾਰੇ ਨੇ, ਮੇਰਾ ਖਿਆਲ ਉਨੀ ਬੁੱਧ ਸੁੱਧ ਨਹੀਂ ਰੱਖਦੇ, ਪਰ ਜਦੋਂ ਲੋਕ ਤੁਹਾਨੂੰ ਦੇਖਦੇ ਨੇ ਜਾਂ ਜਦੋਂ ਜਿੱਥੇ ਤੁਸੀਂ ਲੰਗਰ ਤਿਆਰ ਕਰਦੇ ਜੇ, ਉਹਨਾਂ ਨੂੰ ਪਤਾ ਲੱਗਦਾ ਵੀ ਕਿੱਥੇ ਲੈ ਕੇ ਜਾ ਰਹੇ ਜੇ, ਖਾਸ ਕਰਕੇ ਸਿੱਖ ਜਾਂ ਪੰਜਾਬੀ ਕਮਿਊਨਿਟੀ ਤੋਂ ਹੋਰ ਲੋਕ ਜਿਹੜੇ ਨੇ, ਤੇ ਲੱਗਦਾ ਨਹੀਂ ਵੀ ਉਹਦੇ ਨਾਲ ਗੱਲ ਬਹੁਤ ਦੂਰ ਟਰੈਵਲ ਹੁੰਦੀ ਆ, ਵੀ ਇੱਕ ਤੁਸੀਂ ਸਿੱਖੀ ਦਾ ਵੀ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਨੇ। ਬਿਲਕੁਲ ਜੀ, ਹਰੇਕ ਬੰਦੇ ਨੂੰ ਇਹ ਹੁੰਦਾ ਵੀ ਜੇ ਹੁਣ ਇਹ ਸੰਸਥਾ, ਸਾਡੀ ਸੰਸਥਾ ਇਹ ਸੇਵਾ ਕਰ ਰਹੇ ਆ, ਇਹਨੂੰ ਵੇਖ ਕੇ ਹੋਰ ਲੋਕ ਵੀ ਸੋਚਦੇ ਆ ਯਾਰ ਵੀ ਜਿੱਥੇ ਕਿਤੇ ਹੋਰ ਇਹ ਸਪੌਟ ਤਾਂ ਅਸੀਂ ਬੁੱਕ ਕਰ ਲਿਆ, ਵੀ ਇਹ ਤਾਂ ਇੱਥੇ ਆਉਂਦੇ ਹੀ ਆਉਂਦੇ ਆ, ਵੀ ਕਿਤੇ ਹੋਰ ਵੀ ਵੇਖੀਏ, ਉੱਥੇ ਦੂਜੀ ਸੰਸਥਾ ਉਹ ਲੈ ਜਾਂਦੇ ਆ ਜੀ। ਰੀਸ, ਅਸੀਂ ਕਹਿੰਦੇ ਵੀ ਚੰਗੇ ਕੰਮ ਦੀ ਰੀਸ ਕਰੋ। ਵੀ ਐ ਨਹੀਂ ਵੀ ਤੁਸੀਂ ਜੇ ਇੱਕ ਨੇ ਕਾਰ ਮਹਿੰਗੀ ਲੈ ਲਈ ਤੇ ਦੂਜਾ ਬੰਦਾ ਵੀ ਕਹੇ ਮੈਂ ਤੇ ਬਰੋਬਰ ਲਿਆ ਕੇ ਖੜਾਉਣੀ। ਨੋ, ਚੰਗੇ ਕੰਮ ਦੀ, ਕਿਸੇ ਭੁੱਖੇ ਦਾ ਢਿੱਡ ਭਰਨਾ, ਇਦੋਂ ਵੱਡਾ ਮੈਨੂੰ ਨਹੀਂ ਲੱਗਦਾ ਵੀ ਕੋਈ ਪੁੰਨ ਹੋਊ ਜਾਂ ਤੁਹਾਨੂੰ ਬੈਸਟ ਵਿਸ਼ੇਸ ਕਿਸੇ ਪਾਸੇ ਮਿਲ ਸਕਦਾ। ਤੁਹਾਡੇ ਪਰਿਵਾਰ 'ਚ ਵੀ ਖਾਸ ਕਰਕੇ ਜਿਹੜੇ ਤੁਹਾਡੇ ਬੱਚੇ ਨੇ, ਨਵੀਂ ਜਨਰੇਸ਼ਨ ਹੈ, ਜਿੰਨੇ ਤੁਸੀਂ ਸੇਵਾ ਕਰ ਰਹੇ ਜੇ, ਉਹ ਵੀ ਇੱਕ ਵਧੀਆ ਰਾਹ ਚੱਲਦੇ ਹੋਣਗੇ, ਜਿਹੜੀ ਸਭ ਤੋਂ ਵੱਡੀ ਤੁਹਾਨੂੰ ਪ੍ਰਾਪਤੀ ਇੱਥੋਂ ਹੋ ਰਹੀ ਹੈ। ਬੱਚੇ, ਤੁਸੀਂ ਬਿਲੀਵ ਨਹੀਂ ਕਰਨਾ ਜੀ, ਅਸੀਂ ਬੱਚੇ ਖਾਲਸਾ ਸਕੂਲ 'ਚ ਪੜ੍ਹਾਏ ਆ, ਤੇ ਮੇਰੇ ਬੇਟੇ ਨੇ ਆਪ ਜੂੜਾ ਰੱਖਿਆ। ਉਹ ਕਹਿੰਦਾ ਵੀ ਮੈਂ ਜੂੜਾ ਰੱਖਣਾ, ਤੇ ਮੈਂ ਉਹਨੂੰ ਕਿਹਾ ਵੀ 8ਵੀਂ 'ਚ ਜਾ ਕੇ ਤੁਸੀਂ ਕਟਾ ਦਿੰਦੇ ਹੋ, ਬਹੁਤ ਫੈਮਲੀਆਂ ਵੇਖੀਆਂ। ਕਹਿੰਦਾ ਨਹੀਂ, ਮੈਂ ਕਦੇ ਜੂੜਾ ਨਹੀਂ ਕਟਾਊਂਗਾ। ਸੋ ਇਦੋਂ ਵੱਡਾ ਤੇ ਬਾਕੀ ਉੱਥੇ ਵੀ ਲੰਗਰ, ਮਤਲਬ ਇਹ ਸੇਵਾ ਕਰਨ ਨਾਲ ਘੱਟੋ ਘੱਟ ਪੁੱਤ ਦਾ ਜੂੜਾ ਮਿਲ ਗਿਆ ਤੁਹਾਨੂੰ, ਇੱਕ ਸੁਗਾਤ ਮਿਲ ਗਈ। ਬਿਲਕੁਲ ਜੀ। ਤੇ ਅਸੀਂ ਹਰੇਕ ਨੂੰ ਚਾਹੁੰਦੇ ਹਾਂ ਵੀ ਸਿੱਖੀ ਨਾਲ ਜੁੜ ਗਏ। ਆਪਣਾ ਮੇਨ ਮਕਸਦ ਇਹ ਆ, ਆਪਣੀ ਕੌਮ ਜਿਹੜੀ ਸਿੱਖ ਕੌਮ ਹੈ, ਇਹ ਕਾਇਮ ਰਹਿ ਸਕੇ। ਜਿਹੜੀ ਆਪਣੀ ਸ਼ੁਰੂ ਤੋਂ ਵੱਡ ਵਡੇਰਿਆਂ ਤੋਂ ਮਰਿਆਦਾ ਬਣੀ ਆਈ ਹੈ, ਅਸੀਂ ਉਹਨੂੰ ਤਾਂ ਕਾਇਮ ਰੱਖੀਏ ਨਾ, ਘੱਟੋ ਘੱਟ। ਜੇ ਉਹਨੂੰ ਵਧਾ ਨਹੀਂ ਸਕਦੇ, ਉਨੀ ਤਾਂ ਰੱਖੀਏ। ਤੇ ਕਈ ਤਾਂ ਹੁਣ ਪੁਸ਼ਤਾਂ ਹੀ ਖਤਮ ਹੋ ਜਾਂਦੀਆਂ ਜੀ। ਜਿਹੜੀ ਇਹ ਸੇਵਾ ਆ, ਡੋਨੇਸ਼ਨ ਹੈ, ਤੁਸੀਂ ਸਾਰਾ ਕੁਝ ਤਿਆਰ ਕਰਦੇ ਜੇ, ਇਹਦੇ ਲਈ ਡਾਲਰ ਵੀ ਚਾਹੀਦੇ ਆ, ਇਹ ਸਿਰਫ ਸਿੱਖ ਪੰਜਾਬੀ ਕਮਿਊਨਿਟੀ ਸੇਵਾ ਕਰਦੀ ਹੈ ਜਾਂ ਹੋਰ ਵੀ ਕਮਿਊਨਿਟੀਆਂ ਸੇਵਾ ਕਰਦੀਆਂ? ਨਹੀਂ, ਗੋਰੇ ਵੀ ਆਉਂਦੇ ਆ, ਮੁਸਲਮਾਨ ਵੀ ਕਈ ਇੱਥੇ ਆ ਕੇ ਡੋਨੇਸ਼ਨ ਦੇ ਜਾਂਦੇ ਸਾਨੂੰ, ਆ ਕੇ 10 20 50 ਡਾਲਰ 100 ਡਾਲਰ ਵੀ ਫੜਾ ਜਾਂਦੇ। ਤੁਹਾਡਾ ਮਤਲਬ ਇੰਨੇ ਪ੍ਰਭਾਵਿਤ ਹੁੰਦੇ ਤੁਹਾਡੀ ਇਹ ਸੇਵਾ ਤੋਂ ਵੀ ਉਹ ਜਿਹੜੇ ਨੇ ਖੁਦ ਬਿਲਕੁਲ ਉਹ ਆ ਕੇ ਤਾਂ ਤੇ ਵੱਧ ਤੋਂ ਵੱਧ ਕਹਿੰਦੇ ਆ ਵੀ ਇੱਕ ਤਾਂ ਗੋਰਾ ਕੰਟੀਨਿਊ ਜੀ ਉਹਨੇ ਹਰ ਮਹੀਨੇ ਆਉਣਾ। ਇੱਕ ਗੋਰੇ ਨੇ ਅੱਛਾ ਰੈਗੂਲਰ ਹੁੰਦਾ, ਰੈਗੂਲਰ 50 ਡਾਲਰ ਦੇ ਕੇ ਜਾਂਦਾ ਮਹੀਨੇ ਬਾਅਦ। ਮਤਲਬ ਬਾਬੇ ਨਾਨਕ ਦੀ ਲਹਿਰ 'ਚ ਤੁਸੀਂ ਗੋਰਿਆਂ ਨੂੰ ਵੀ ਤੋਰ ਲਿਆ। ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਗੋਰੇ ਆ ਜਿਹੜੇ ਦੇਖ ਕੇ ਵੀ ਸਾਨੂੰ ਇੱਥੇ ਕਿਤੇ ਡਾਊਨਟਾਊਨ ਤਾਂ ਇੱਥੇ ਆਈਦਾ ਨਾ, ਦੇਖ ਕੇ ਵੀ ਸਲੂਟ ਕਰਦੇ, ਗੋਰੇ ਸਲੂਟ ਕਰਦੇ ਨੇ। ਹਾਂ, ਓਕੇ। ਤੇ ਇਹ ਸਾਰਾ ਸਿਸਟਮ ਜਿਹੜਾ ਗੁਰਦੁਆਰਾ ਸਾਹਿਬ ਤੋਂ ਚੱਲਦਾ, ਟੋਟ ਤੇ ਆਉਂਦੀ ਨਹੀਂ, ਇਹਦੇ ਲਈ ਸਪੈਸ਼ਲ ਤੁਸੀਂ ਸੰਗਤਾਂ ਨੂੰ ਅਪੀਲ ਕਰਦੇ ਜੇ ਵੀ ਡੋਨੇਟ ਕਰੋ ਲੰਗਰ ਲਈ? ਸੰਗਤਾਂ ਉੱਦਾਂ ਹੀ ਬਹੁਤ ਲਈ ਆਉਂਦੀਆਂ। ਕੋਈ ਸਿੱਖ ਕੌਮ ਦੇ ਵਿੱਚ ਤਾਂ ਇੱਕ ਖਾਸੀਅਤ ਆ ਨਾ ਕਿ ਗੁਰਦੁਆਰੇ ਡੋਨੇਸ਼ਨ ਤੁਸੀਂ ਜਾ ਕੇ ਦੇਖੋਗੇ ਤੇ ਐਨ ਧੜੇ ਲੱਗੇ ਪਏ ਆ। ਓਕੇ, ਉੱਥੇ ਡੋਨੇਸ਼ਨ ਦੀ ਨਹੀਂ ਕੋਈ ਪ੍ਰੋਬਲਮ, ਕੋਈ ਟੋਟ ਨਹੀਂ। ਤੁਹਾਡਾ ਸ਼ੁਭ ਨਾਮ ਕੀ ਜੀ? ਨਿਰਮਲ ਸਿੰਘ ਚਾਹਲ। ਚਾਹਲ ਸਾਹਿਬ, ਕਿੰਨੀ ਉਮਰ ਹੋ ਗਈ ਤੁਹਾਡੀ? ਉਮਰ ਹੋ ਗਈ 1-80 ਸਾਲ। 1-80 ਸਾਲ। ਹਾਂ। ਤੇ ਓਕੇ, ਕਦੋਂ ਦੇ ਆਏ ਜੇ ਤੁਸੀਂ ਕੈਨੇਡਾ? 1 ਚ ਆਏ ਆ, 2001 ਚ ਆਏ ਜੇ, 21 ਸਾਲ ਹੋ ਗਏ। ਹਾਂਜੀ। ਇਹ ਸੇਵਾ ਕਦੋਂ ਦੀ ਕਰ ਰਹੇ ਜੀ? ਸੇਵਾ ਅਸੀਂ ਕਰਦੇ ਹਾਂ ਜਿੱਦਣ ਤੋਂ ਗੁਰਦੁਆਰਾ ਸ਼ੁਰੂ ਹੋਇਆ,
8 ਤੋਂ ਸ਼ੁਰੂ ਹੋਇਆ, ਓਕੇ 2008 ਤੋਂ। ਉਦੋਂ ਦਾ ਸਾਡਾ ਘਰ ਵੀ ਨੇੜੇ ਸੀ, ਕੋਲ ਪਹਿਲਾਂ ਬਣਿਆ ਸੀ, ਤੇ ਉੱਥੇ ਜਾਂਦੀ ਅਸੀਂ ਤੇ ਸੇਵਾ ਕਰਦੇ ਹਾਂ ਆਉਣੇ ਜਾਣੇ। ਇੱਕ ਸਵਾਲ ਇਹ ਹੈ ਵੀ ਜਿਹੜਾ ਤੁਸੀਂ ਲੰਗਰ ਇੱਥੇ ਲੈ ਕੇ ਆਉਂਦੇ ਜੇ ਇਹਨਾਂ ਬੇਘਰਿਆਂ ਲਈ, ਹਾਂਜੀ, ਜੋ ਗੁਰਦੁਆਰਾ ਸਾਹਿਬ 'ਚ ਲੰਗਰ ਬਣਦਾ ਰੂਟੀਨ 'ਚ ਉਹੀ ਆ ਜਾਂ ਉਹ ਤੋਂ ਹਟ ਕੇ ਆ? ਉਹੀ ਲੰਗਰ ਜੋ ਬਣਦਾ ਬਸ ਉਹੀ ਲੈ ਕੇ ਮਤਲਬ ਜਿਹੜਾ ਲੰਗਰ ਸੰਗਤ ਛਕਦੀ ਹੈ, ਸੰਗਤ ਛਕਦੀ ਆ, ਉਹੀ ਲੰਗਰ ਇੱਥੇ ਆ? ਸੇਮ ਉਹੀ ਹੁੰਦਾ ਜੀ। ਉਹੀ ਆ। ਹਾਂਜੀ ਤੇ ਜਦੋਂ ਤੁਸੀਂ ਸੇਵਾ ਕਰਦੇ ਜੇ ਆਪਣਾ ਕੰਮ ਛੱਡ ਕੇ, ਪਰਿਵਾਰ ਦਾ ਕੰਮ ਛੱਡ ਕੇ, ਹਾਂਜੀ ਕਿੱਦਾਂ ਮਹਿਸੂਸ ਤਾਂ ਕਰਦੇ? ਬਹੁਤ ਆਨੰਦ ਜਿਹਾ ਆਉਂਦਾ। ਆਨੰਦ ਜਿਹਾ? ਆਪਣਾ ਕੰਮ ਬਹੁਤ ਚਿਰ ਕੀਤਾ, ਪਹਿਲਾਂ ਸਾਰੀ ਉਮਰ ਆਪਣਾ ਕੰਮ ਕੀਤਾ, ਆਪਣੇ ਲਈ ਕੀਤਾ। ਆਪਣੇ ਲਈ ਕੀਤਾ, ਆਪਣੇ ਬੱਚਿਆਂ ਲਈ ਕੀਤਾ, ਪਰ ਉਹ ਆਨੰਦ ਨਹੀਂ ਆਇਆ ਜਿਹੜਾ ਇਹ ਆਉਂਦਾ। ਓਕੇ। ਤੇ ਜਦੋਂ ਤੁਸੀਂ ਘਰੋਂ ਚੱਲਦੇ ਜੇ ਇਹ ਸੇਵਾ ਕਰਨ ਲਈ, ਤੁਹਾਡੇ ਬੱਚੇ ਅੱਗੇ ਸਾਰੇ ਦੇਖਦੇ ਹੋਣਗੇ, ਹਾਂਜੀ। ਕੁਝ ਕਿਵੇਂ ਪ੍ਰਾਊਡ ਫੀਲ ਕਰਦੇ ਨੇ? ਬੱਚਿਆਂ ਨੂੰ ਬਸ ਦੇਖਭਾਲ ਕਰੀਦੀ ਆ, ਅੱਛਾ ਜੀ। ਤੇ ਛੁੱਟੀ ਵਾਲੇ ਦਿਨ ਉਹ ਘਰੇ ਹੁੰਦੇ ਤਾਂ ਸਾਨੂੰ ਛੁੱਟੀ ਹੁੰਦੀ ਘਰੋਂ। ਤੁਸੀਂ ਜਸਟ ਪਿਕਨਿਕ ਮਨਾਉਣੀ ਹੁੰਦੀ ਹੈ, ਤੁਹਾਡੀ ਪਿਕਨਿਕ ਇਹ ਹੈ? ਇਹ ਸਭ ਤੋਂ ਵਧੀਆ ਇਹ ਆ ਸਾਨੂੰ। ਨੀਰਜ ਜੀ, ਤੁਸੀਂ ਪਹਿਲਾਂ ਤੁਹਾਨੂੰ ਦੇਖਿਆ ਗੁਰੂ ਨਾਨਕ ਫੂਡ ਬੈਂਕ, ਉੱਥੇ ਸੇਵਾ ਕਰ ਰਹੇ ਸੀ। ਹੁਣ ਤੁਸੀਂ ਆ ਇੱਕ ਗੱਡੀ ਲੈ ਕੇ ਆਏ ਜੀ, ਮੈਨੂੰ ਤਾਂ ਬਹੁਤ ਖੂਬਸੂਰਤ ਗੱਡੀ ਲੱਗਦੀ ਹੈ, ਇੱਕ ਸੇਵਾ ਦਾ ਕੀ ਕਹਿ ਸਕਦੇ ਗੜ ਲੱਗਦਾ ਹੈ ਨਾ। ਇਹ ਪਹਿਲੀ ਗੱਲ ਤੇ ਗੱਡੀ ਬਣਾਉਣ ਦਾ ਕਨਸੈਪਟ ਕਿਵੇਂ ਆਇਆ? ਇਹ ਗੱਡੀ ਜੀ, ਕਿਉਂਕਿ ਅਸੀਂ ਜਦੋਂ ਲੰਗਰ ਲੈ ਕੇ ਜਾਈਦਾ ਸੀ ਆਪਣੇ ਟਰੱਕ 'ਚ ਜਾਂ ਪੈਸੇਂਜਰ ਜਿਹੜੀਆਂ ਵੈਨ ਆ, ਉਹਨਾਂ ਦੇ ਵਿੱਚ ਅਸੀਂ ਬਾਲਟੀਆਂ 'ਚ ਜਾਂ ਕਿਸੇ ਹੋਰ ਕੰਟੇਨਰਾਂ 'ਚ ਲੈ ਕੇ ਜਾਈਦਾ ਸੀ। ਪਰ ਫਿਰ ਦਿੱਕਤਾਂ ਜਿਹੜੀਆਂ ਤੁਹਾਨੂੰ ਉਹ ਪੇਸ਼ ਆਉਂਦੀਆਂ ਸੀ, ਤੁਸੀਂ ਸਰਵ ਕਿੱਦਾਂ ਕਰਨਾ, ਦੇਣਾ ਕਿੱਦਾਂ ਆ, ਫਿਰ ਤੁਹਾਨੂੰ ਡੱਬੇ ਪੈਕਿੰਗ ਕਰਨ 'ਚ ਔਖਾ ਹੋਣਾ, ਫਿਰ ਉਹ ਗਰਮ ਨਹੀਂ ਰਹਿਣਾ, ਕਿਉਂਕਿ ਕੁਝ ਮਹੀਨੇ ਤਾਂ ਹੈਗੇ ਆ ਜਿਹੜੇ ਗਰਮ ਆ ਇੱਥੇ, ਬਾਕੀ ਸਾਰਾ ਮੌਸਮ ਜਿਹੜਾ ਆ ਤਕਰੀਬਨ 8 ਕੁ ਮਹੀਨੇ ਉਹ ਬੜੇ ਠੰਡ ਦੇ ਨੇ। ਓਕੇ। ਸੋ ਉਹਨਾਂ ਦੇ ਵਿੱਚ ਨਵੰਬਰ, ਦਸੰਬਰ, ਜਨਵਰੀ, ਫਰਵਰੀ ਇਹ ਤਾਂ ਬੜਾ ਮਤਲਬ ਟੈਂਪਰੇਚਰ ਡਾਊਨ ਹੋ ਜਾਂਦਾ ਆ, ਖਾਣਾ ਫਰੀਜ਼ ਹੋ ਜਾਂਦਾ, ਸਪੈਸ਼ਲੀ ਜਿਹੜੇ ਚੌਲ ਆ, ਖੀਰ ਆ, ਚਾਹ ਗਰਮ ਨਾ ਰਹਿਣੀ। ਫਿਰ ਇਹ ਗਿਆਨੀ ਜੀ ਨੇ ਇਹ ਗੱਲ ਕੀਤੀ ਵੀ ਆਪਾਂ ਕਿਉਂ ਨਾ ਇੱਕ ਇੱਦਾਂ ਦੀ, ਨਰਿੰਦਰ ਸਿੰਘ ਦੀ ਗੱਲ ਕਰਦਾ ਜੀ, ਉਹ ਕਹਿੰਦੇ ਵੀ ਆਪਾਂ ਇੱਕ ਇੱਦਾਂ ਦਾ ਕੋਈ ਕਿਚਨ ਆਪਾਂ ਬਣਾਉਂਦੇ ਆ ਜਿਹੜੀ ਕਿ ਵੀਲਸ ਤੇ ਹੋਵੇ, ਟਾਇਰਾਂ ਤੇ ਹੋਵੇ। ਓਕੇ। ਸੋ ਤੁਸੀਂ ਉੱਥੇ ਜੇ ਲੋੜ ਪਵੇ ਬਣਾ ਵੀ ਸਕੋ, ਜਲਦੀ ਫਿਰਦੀ ਰਸੋਈ। ਹਾਂਜੀ। ਸੋ ਫਿਰ ਇਹ ਡਿਜ਼ਾਈਨ ਕੀਤੀ ਗਈ ਜੀ। ਓਕੇ। ਡਿਜ਼ਾਈਨ ਕਰਕੇ ਇਹ ਤੁਸੀਂ ਸਾਰਾ ਫ੍ਰਿਜ ਵਗੈਰਾ ਸਭ? ਬਿਲਕੁਲ, ਮੈਂ ਤੁਹਾਨੂੰ ਦਿਖਾਉਣਾ, ਇਹਦਾ ਟੂਰ ਕਰਾਉਣਾ ਆ। ਇਹ ਫਿਰ ਇੱਕ ਜਿਹੜਾ ਆ ਇਹ 16 ਫੁੱਟ ਟ੍ਰੇਲਰ ਜਿਹੜਾ ਆ, ਓਕੇ, ਪਹਿਲਾਂ ਤਾਂ ਉਹ ਸਿਲੈਕਟ ਕੀਤਾ ਗਿਆ, ਫਿਰ ਇਹ ਸਿਲੈਕਟ ਕਰਕੇ ਇਹਦੇ ਵਿੱਚ ਸਾਰੀ ਕਿਚਨ ਡਿਜ਼ਾਈਨ ਕੀਤੀ ਗਈ ਵੀ ਸਾਡੀਆਂ ਲੋੜਾਂ ਕੀ ਨੇ, ਅਸੀਂ ਕਿਸ ਤਰੀਕੇ ਦੀ ਚੀਜ਼ਾਂ ਬਣਾਉਂਦੇ ਆ, ਸਾਨੂੰ ਕਿੰਨਾ ਕੁ ਚੁੱਲ੍ਹੇ ਚਾਹੀਦੇ ਆ, ਕਿੰਨੀ ਕੁ ਪਾਵਰ ਚਾਹੀਦੀ ਆ, ਉਹਦਾ ਐਗਜ਼ੌਸਟ ਕੀ ਆ, ਉਹਦੇ ਸਪ੍ਰਿੰਕਲਰ ਹੈ, ਫਾਇਰ ਦੀ ਕੰਡੀਸ਼ਨ ਦੇ ਵਿੱਚ ਸਾਰਾ ਕੁਝ ਧਿਆਨ ਰੱਖਣਾ ਪੈਂਦਾ, ਕਿਉਂਕਿ ਫਿਰ ਪਾਸ ਕਰਾਉਣੀ ਪੈਂਦੀ ਹੈ। ਓਕੇ। ਸੋ ਫਿਰ ਇਹ ਸਾਰੀ ਚੀਜ਼ ਤਿਆਰ ਹੋਈ ਹੈ ਜੀ। ਮੈਂ ਤੁਹਾਨੂੰ ਸਾਰਾ ਕੁਝ ਉਹਦਾ ਅੰਦਰੋਂ ਦਿਖਾ ਦਿੰਦਾ ਆ ਵੀ ਕੀ ਕੁਛ ਆ। ਜਿੱਦਾਂ ਕਿ ਤੁਸੀਂ ਆ ਗੱਡੀ ਦੇ ਵਿੱਚ ਐਂਟਰ ਕਰੋਗੇ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪੂਰਾ ਇੱਕ ਫੁੱਲ ਸਾਈਜ਼ ਫ੍ਰੀਜ਼ਰ ਸੈੱਟ ਕੀਤਾ ਗਿਆ ਜੀ। ਇਹ ਫ੍ਰੀਜ਼ਰ ਪੂਰਾ ਫੰਕਸ਼ਨੇਬਲ ਹੁੰਦਾ ਆ, ਜਨਰੇਟਰ ਬੇਸਡ ਪਾਵਰ ਤੇ ਚੱਲਦਾ ਆ। ਠੀਕ ਹੈ ਨਾ ਜੀ। ਫੁੱਲ ਇਹਦੇ ਚ ਫ੍ਰਿਜ ਹੈ, ਜਿਹਦੇ ਕੋਈ ਤੁਸੀਂ ਆਪਣਾ ਜੂਸ ਜਾਂ ਖਰਾਬ ਹੋਣ ਦਾ ਤੁਹਾਨੂੰ ਡਰ ਹੈ, ਤੁਸੀਂ ਇਹਦੇ ਚ ਰੱਖ ਸਕਦੇ ਹੋ, ਹੈ ਨਾ ਜੀ। ਸੋ ਉਸੇ ਤਰੀਕੇ ਦੇ ਨਾਲ ਇਹ ਸਿੰਕ ਲਾਏ ਗਏ ਆ, ਜੇ ਤੁਸੀਂ ਇਹ ਸਿੰਕ ਯੂਜ਼ ਕਰਨੇ ਆ, ਸਿੰਕ ਯੂਜ਼ ਕਰ ਸਕਦੇ ਆ। ਸ਼ੈਲਫਸ ਇਹਦੇ ਵਿੱਚ ਰੱਖੀਆਂ ਗਈਆਂ, ਸਾਈਡ ਤੇ ਸਟੋਰੇਜ ਲਈ ਰੱਖਿਆ ਗਿਆ, ਜਿੱਥੇ ਅਸੀਂ ਆਪਣੀ ਪਲੇਟਸ, ਸਪੂਨਸ ਤੇ ਹੋਰ ਜਿਹੜੇ ਆ ਸਮਾਨ ਉਹ ਆਪਾਂ ਲੋੜਵੰਦ ਰੱਖਦੇ ਆ, ਹੈ ਨਾ ਜੀ। ਇਸ ਤਰੀਕੇ ਦੇ ਹਿਸਾਬ ਨਾਲ ਹੀ ਇਹ ਜਿਹੜਾ ਆ ਪੂਰਾ ਬਫੇ ਸਿਸਟਮ ਇਹ ਸੈੱਟ ਕੀਤਾ ਗਿਆ। ਇਹ ਹੌਟ ਪਲੇਟਸ ਨੇ ਸਾਰੀਆਂ, ਇਹਨਾਂ ਦੇ ਕੰਟਰੋਲਰਸ, ਇਹਨਾਂ ਦੇ ਸਵਿਚ ਹਰੇਕ ਦੇ ਇੰਡੀਵਿਜੂਅਲ ਨੇ, ਤੁਸੀਂ ਹੀਟ ਜਿਹੜੀ ਆ ਵੱਧ ਘੱਟ ਕਰ ਸਕਦੇ ਆ। ਤੇ ਆ ਜਿਹੜਾ ਸਾਰਾ ਸਿਸਟਮ ਹੈ ਇਹ ਵੀ ਸਾਰਾ ਇਲੈਕਟ੍ਰਿਕ ਆ, ਇਹ ਸਾਰਾ ਜਨਰੇਟਰ ਬੇਸ ਹੈ, ਜਨਰੇਟਰ ਤੇ ਇਹ ਚੀਜ਼ ਚੱਲਦੀ ਹੈ ਜੀ। ਸੋ ਉਹ ਜਿਹੜਾ ਅਸੀਂ ਸੈਕਸ਼ਨ ਜਿੱਧਰ ਆਪਣੇ ਆ ਚਾਲ ਸਾਹਿਬ ਖੀਰ ਵਰਤਾ ਰਹੇ ਨੇ, ਇਹ ਸਪੈਸ਼ਲ ਇੱਕ ਸੈਕਸ਼ਨ ਬਣਾਇਆ ਗਿਆ ਸੀ ਜਿੱਥੇ ਅਸੀਂ ਚਾਹ ਦਾ ਤੇ ਕੋਈ ਜਿਹੜੇ ਆ ਪੌਪ ਆ ਜਾਂ ਪਾਣੀ ਦੀ ਬੋਤਲਾਂ ਆ ਉਹ ਅਸੀਂ ਸਰਵ ਕਰ ਸਕੀਏ। ਫਿਰ ਇਹ ਸੀਗਾ ਵੀ ਤੁਸੀਂ ਡੋਰਾਂ ਤਾਂ ਇਹਦੀਆਂ ਬੈਕ ਸਾਈਡ ਤੇ ਆ, ਫਿਰ ਇਹ ਸੈਕਸ਼ਨ ਜਿਹੜਾ ਆ ਕਟਾਇਆ ਗਿਆ, ਕਟਵਾ ਕੇ ਤੇ ਇਹ ਸੈਕਸ਼ਨ ਰੱਖਿਆ ਗਿਆ, ਇਹਦੀ ਪ੍ਰੋਟੈਕਸ਼ਨ ਵਾਲ ਲਾਈ ਗਈ ਵੀ ਕੋਈ ਉੱਥੋਂ ਆਪਣਾ ਦੇਖ ਨਾ ਇਹਨੂੰ ਸਕੇ ਜਾਂ ਮੂੰਹ ਨਾ ਪਾ ਸਕੇ, ਤਾਂ ਕਿ ਇਨਫੈਕਸ਼ਨਸ ਜਿਹੜੀਆਂ ਆ ਉਹ ਕੰਟਰੋਲ ਰਹਿਣ। ਤੇ ਆ ਜਿਹੜਾ ਆ ਸਰਵਿੰਗ ਪੁਆਇੰਟ, ਫਿਰ ਆ ਸਰਵਿੰਗ ਪੁਆਇੰਟ ਜਿਹੜਾ ਆ ਇੱਥੋਂ ਇਹ ਸੈੱਟ ਕੀਤਾ ਗਿਆ। ਸੋ ਇਹ ਸਾਡਾ ਸਾਰਾ ਸਰਵਿੰਗ ਦਾ ਆ। ਜਿਹੜਾ ਮੇਕਿੰਗ ਦਾ ਹੈ, ਕਿਉਂਕਿ ਅਸੀਂ ਇੰਨੀ ਮੇਕਿੰਗ ਨਹੀਂ ਕਰਦੇ, ਅਸੀਂ ਉੱਥੇ ਗੁਰਦੁਆਰਾ ਸਾਹਿਬ ਦੀ ਕਿਚਨ ਯੂਜ਼ ਕਰਦੇ ਹਾਂ ਮੇਕਿੰਗ ਦੇ ਲਈ। ਇਹਦੇ 'ਚ ਪ੍ਰੋਪਰ ਜਿਹੜੇ ਬਰਨਰ ਨੇ ਜੀ, ਚੁੱਲ੍ਹੇ ਨੇ 2 ਫੁੱਲ ਸਾਈਜ਼, ਤੇ ਆਹ ਹੌਟ ਪਲੇਟ ਆ। ਇਹ ਸਾਰਾ ਲੰਗਰ ਇੱਥੇ ਹੀ ਪ੍ਰੈਪ ਹੁੰਦਾ ਆ। ਇਹਦੇ ਐਗਜ਼ੌਸਟ ਫੈਨਸ ਇੱਥੇ ਲੱਗੇ ਆ, ਸਪ੍ਰਿੰਕਲਰ ਸਿਸਟਮ ਇੱਥੇ ਲੱਗਿਆ ਆ।
ਫੁੱਲ ਇੱਕ ਵਧੀਆ ਜਿਹੜੀ ਕਿਚਨ ਆ, ਇਹ ਤਕਰੀਬਨ $1.5 ਲੱਖ ਦੀ ਇਹ ਕਿਚਨ ਜਿਹੜੀ ਹੈਗੀ ਹੈ ਜੀ ਆਪਣੇ ਕੋਲੇ 2019 ਦੇ ਵਿੱਚ ਇਹ ਆ ਗਈ ਸੀ। ਸੋ ਰੱਬ ਸਬੱਬੀ ਪੂਰੇ ਟਾਈਮ ਤੇ ਜਦੋਂ ਇਹ ਚੀਜ਼ ਆਈ ਤੇ ਇਹਦਾ ਜਿਹੜਾ ਸਹੀ ਇਸਤੇਮਾਲ ਹੋਇਆ ਉਹ ਇਸਤੇਮਾਲ ਹੋਇਆ ਜੀ 2020 ਮਾਰਚ 'ਚ ਜਦੋਂ ਕਰੋਨਾ ਆਇਆ। ਉਹ ਅੱਛਾ, ਉਦੋਂ ਇਹਦੀ ਵਰਤੋਂ ਪੂਰੀ ਹੋਈ। ਉਹਦੀ ਵਰਤੋਂ ਹੋਈ ਕਿਉਂਕਿ ਜਿਹੜੀ ਕਿਚਨ ਹੈ ਉਹ ਬੰਦ ਹੋ ਗਈ ਸੀ। ਤੁਸੀਂ ਬਿਠਾ ਕੇ ਲੰਗਰ ਹਾਲ ਦੇ ਵਿੱਚ ਲੰਗਰ ਨਹੀਂ ਸੀ ਛਕਾ ਸਕਦੇ। ਗੌਰਮੈਂਟ ਨੇ ਬੰਦ ਕਰਤੇ ਸੀ ਲੰਗਰ ਹਾਲ, ਡਾਈਨ ਇਨ ਜਿਹੜੀ ਬੰਦ ਕਰਤੀ ਸੀ, ਸਾਰੇ ਰੈਸਟੋਰੈਂਟ ਬੰਦ ਹੋ ਗਏ ਸੀ। ਪਰ ਉਹ ਪਰਮਿਸ਼ਨ ਦਿੰਦੇ ਸੀ ਵੀ ਜੇ ਤੁਸੀਂ ਬਾਹਰੋਂ ਵਰਤਾਣਾ ਆ ਖੜ ਕੇ, ਜਿਹਨੂੰ ਡਰਾਈਵ ਥਰੂ ਆਪਾਂ ਕਹਿੰਦੇ ਆ, ਉਹ ਤੁਸੀਂ ਕਰ ਸਕਦੇ ਹੋ। ਫਿਰ ਇਹ ਗੁਰਦੁਆਰੇ ਦੀ ਅਸੀਂ ਪਾਰਕਿੰਗ ਲੋਡ 'ਚ ਇਹ 2 ਸਾਲ ਗੱਡੀ ਖੜੀ ਰਹੀ ਆ। ਉੱਥੋਂ ਇਹ ਵਰਤਾਈ ਜਾਂਦੀ ਸੀ ਤਕਰੀਬਨ ਰੋਜ਼ ਦੇ 800 ਤੋਂ ਲੈ ਕੇ 1200 ਕੰਟੇਨਰਸ ਆ ਮੈਂ ਕੰਟੇਨਰਸ ਦੀ ਗੱਲ ਕਰ ਰਿਹਾ, ਜਿਹੜੇ ਆ ਕੰਟੇਨਰਸ ਨੇ ਇਹਦੇ ਵਿੱਚ ਖਾਣਾ 1000 ਤੋਂ 1200 ਰੋਜ਼ ਵਰਤਾਏ ਜਾਂਦੇ ਸੀ ਕਰੋਨਾ ਕਾਲ ਦੇ ਵਿੱਚ। ਕਿਚਨ ਅੰਦਰੋਂ ਬੰਦ ਆ, ਤੁਸੀਂ ਬਾਹਰੋਂ ਤੁਰ ਕੇ ਡਰਾਈਵ ਥਰੂ ਇਹ ਲੈ ਸਕਦੇ ਸੀ, ਰਾਈਟ। ਸੋ ਇਹ ਹੁਣ ਜਿਹੜਾ ਆ ਕਿਉਂਕਿ ਕਿਚਨਾਂ ਖੁੱਲ ਗਈਆਂ, ਲੰਗਰ ਹਾਲ ਖੁੱਲੇ ਆ, ਲੰਗਰ ਹਾਲ ਦੇ ਵਿੱਚ ਸੰਗਤਾਂ ਲੰਗਰ ਉੱਥੇ ਛਕਦੀਆਂ। ਇਹ ਔਨ ਵੀਲ ਆ। ਸੋ ਅਸੀਂ ਵੀਕਐਂਡ ਤੇ ਇੱਕ ਵਾਰ ਸੈਟਰਡੇ ਨੂੰ ਇੱਥੇ ਆਈਦਾ ਆ। ਇਹ ਸਰੀ ਦੇ 108 ਐਵਨਿਊ ਤੇ ਕਿੰਗ ਜੋਰਜ ਦਾ ਇੰਟਰਸੈਕਸ਼ਨ ਆ। ਜਿਹੜੇ ਇੱਥੇ ਇਸ ਏਰੀਏ ਦੇ ਵਸਨੀਕ ਨੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ। ਇਸ ਏਰੀਏ ਦੇ ਵਿੱਚ ਕਾਫੀ ਭਾਰੀ ਸੰਖਿਆ ਦੇ ਵਿੱਚ ਜਿਹੜੇ ਨੇ ਬੇਘਰੇ ਲੋੜਵੰਦੇ ਜਿਹੜੇ ਆ ਇੱਥੇ ਰਹਿੰਦੇ ਆ। ਤੇ ਹਰ ਅਸੀਂ ਸੈਟਰਡੇ ਇੱਥੇ 2 ਘੰਟੇ ਲਈ ਇਹਨਾਂ ਨੂੰ ਗਰਮ ਖਾਣਾ ਜਿਹੜਾ ਇਹਨਾਂ ਨੂੰ ਪਹੁੰਚਾਉਂਦੇ ਆ। ਕਿਉਂਕਿ ਖਾਣੇ ਦੀ ਇੱਕ ਜਿਹੜੀ ਸਭ ਤੋਂ ਮੇਨ ਚੀਜ਼ ਹੈ ਨਾ ਜੀ, ਉਹ ਆ ਗਰਮ। ਤੁਸੀਂ ਗਰਮ ਉਹਨਾਂ ਨੂੰ ਜੇ ਦੇਣਾ ਆ ਤਾਂ ਉਹ ਬਹੁਤ ਜ਼ਰੂਰੀ ਆ। ਸੋ ਇਸੇ ਕਰਕੇ ਅਸੀਂ ਇਹ ਰੱਖਿਆ ਆ ਵੀ ਉਹਨਾਂ ਨੂੰ ਗਰਮ ਖਾਣਾ ਹੀ ਦਈਏ ਤੇ ਫਰੈਸ਼ ਫੂਡ ਹੀ ਦਈਏ। ਫੂਡ ਉਹੀ ਆ ਜੋ ਸੰਗਤਾਂ ਲੰਗਰ ਹਾਲ 'ਚ ਛਕ ਰਹੀਆਂ ਨੇ, ਅਸੀਂ ਵੀ ਇਹੀ ਛਕਦੇ ਹਾਂ। ਕੋਈ ਸਪੈਸ਼ਲੀ ਨਹੀਂ ਨਾ ਲਈ ਅਸੀਂ ਫੂਡ ਬਣਾ ਕੇ ਲਿਆਈਦਾ ਹੈ। ਕੈਨੇਡਾ ਉਡਾਰੀ ਦੇ ਪ੍ਰੋਗਰਾਮ ਦੌਰਾਨ ਤੁਹਾਨੂੰ ਕੈਨੇਡਾ ਦਾ ਇੱਕ ਨਵਾਂ ਦ੍ਰਿਸ਼ ਦਿਖਾਇਆ। ਇਹ ਬਾਬੇ ਨਾਨਕ ਦੀ ਰਸੋਈ, ਚੱਲਦੀ ਫਿਰਦੀ ਰਸੋਈ ਹੈ। ਔਰ ਸੇਵਾਦਾਰ ਤੁਸੀਂ ਦੇਖੇ ਨੇ, ਇਹ ਸੇਵਾਦਾਰ ਜਿਹੜੇ ਨੇ ਬੇਘਰੇ ਜਿਹੜੇ ਨੇ, ਜਿਹੜੇ ਕੈਨੇਡਾ ਦੇ ਬੇਘਰੇ ਨੇ, ਉਹਨਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਔਰ ਇਸੇ ਤਰ੍ਹਾਂ ਦੇ ਦ੍ਰਿਸ਼, ਇਸੇ ਤਰ੍ਹਾਂ ਦੀਆਂ ਖਬਰਾਂ, ਇਸੇ ਤਰ੍ਹਾਂ ਦੀਆਂ ਸਟੋਰੀਆਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵੀ ਦਿਖਾਉਂਦੇ ਰਹਾਂਗੇ।